ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਇਹ ਤੁਹਾਡੇ ਪਹਿਲੇ ਅਧਿਆਇ ਦੀ ਤੀਜੀ ਵੀਡੀਓ ਹੈ। ਇਸ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਹੈ ਸੌਫਟਵੇਅਰ ਕੀ ਹੈ, ਸੌਫਟਵੇਅਰ ਦੇ ਕੀ ਸੰਕਲਪ ਹੁੰਦੇ ਹਨ, ਸਿਸਟਮ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ, ਸੌਫਟਵੇਅਰ ਯੂਟਿਲਿਟੀਜ਼ ਤੇ ਖਾਸ ਕਰਕੇ ਐਪਲੀਕੇਸ਼ਨ ਸੌਫਟਵੇਅਰ ਦੀ ਕੀ ਵਰਤੋਂ ਕੀਤੀ ਜਾਂਦੀ ਹੈ। ਉਸ ਦੇ ਵਿੱਚ ਅਸੀਂ ਐਕਸਲ ਪੜ੍ਹਿਆ ਸੀ। ਐਕਸਲ ਦੇ ਵਿੱਚ ਕਿਵੇਂ ਫਾਰਮੂਲੇ ਵਰਤੇ ਜਾਂਦੇ ਹਨ, ਵੀ ਲੁੱਕਅਪ ਕੀ ਹੁੰਦਾ ਹੈ। ਦੈਨ ਅੱਜ ਅਸੀਂ HTML ਪੜ੍ਹਾਂਗੇ। HTML ਭਾਸ਼ਾ ਡਾਕੂਮੈਂਟ ਨੂੰ ਵਰਲਡ ਵਾਈਡ ਵੈਬ ਤੇ ਉਤਪੰਨ ਕਰਨ ਲਈ ਵਰਤਿਆ ਜਾਂਦਾ ਹੈ। ਵਰਲਡ ਵਾਈਡ ਮਤਲਬ ਇੰਟਰਨੈਟ ਦੇ ਉੱਤੇ ਅਲੱਗ ਤਰ੍ਹਾਂ ਦੇ ਟੈਗਸ ਅਤੇ ਗੁਣਾਂ ਦੀ ਵਰਤੋਂ ਨਾਲ HTML ਵੈਬ ਡਾਕੂਮੈਂਟ ਦੇ ਢਾਂਚੇ ਅਤੇ ਰੂਪਰੇਖਾ ਨੂੰ ਦਰਸਾਉਂਦਾ ਹੈ। ਜਿਵੇਂ ਕਿ ਤੁਸੀਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਹੈ, HTML ਦਾ ਇੱਕ ਬੇਸਿਕ ਸਟਰਕਚਰ ਹੁੰਦਾ ਹੈ। ਇਸ ਬੇਸਿਕ ਸਟਰਕਚਰ ਨੂੰ ਅਸੀਂ HTML ਦਾ ਪੇਜ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ HTML ਟੈਗ ਸਟਾਰਟ ਹੁੰਦਾ ਹੈ। HTML ਟੈਗ ਇੱਕ ਪੇਅਰ ਟੈਗ ਹੈ, ਜੇ ਸ਼ੁਰੂ ਵੀ ਹੋਵੇਗਾ ਤਾਂ ਖਤਮ ਵੀ ਹੋਵੇਗਾ /HTML ਨਾਲ। ਦੈਨ ਹੈਡ ਦੀ ਵਰਤੋਂ ਟਾਈਟਲ ਨੂੰ ਡਿਸਪਲੇ ਕਰਨ ਲਈ ਕੀਤੀ ਜਾਂਦੀ ਹੈ। ਟਾਈਟਲ ਦੇ ਵਿੱਚ ਵੈਬ ਪੇਜ, ਆਨਲਾਈਨ ਕਲਾਸਿਸ, ਤੁਸੀਂ ਇੱਥੇ ਕੁਝ ਵੀ ਪੜ੍ਹ ਸਕਦੇ ਹੋ। ਦੈਨ ਟਾਈਟਲ ਵੀ ਇੱਕ ਪੇਅਰ ਟੈਗ ਹੈ। ਜਦੋਂ ਤੁਸੀਂ ਟੈਗ ਨੂੰ ਇੱਕ ਪੇਅਰ ਖਤਮ ਕਰਤਾ ਤਾਂ ਇਹ ਉੱਥੇ ਹੀ ਖਤਮ ਹੋ ਜਾਂਦਾ। ਦੈਨ ਹੈਡ ਖਤਮ ਕਰਕੇ ਦਿਸ ਇਜ਼ ਯੋਰ ਬੋਡੀ। ਇਹ ਬੋਡੀ ਟੈਗ ਐਕਚੁਅਲ ਡਿਸਪਲੇ ਕਰੇਗਾ ਕਿ ਤੁਹਾਡਾ ਸਕਰੀਨ ਤੇ ਕੀ ਡਿਸਪਲੇ ਹੋਵੇ। ਇਹ ਇੱਕ ਸਿੰਪਲ HTML ਪੇਜ ਦੇ ਸਟਰਕਚਰ ਹੈ। ਵੈਬ ਪੇਜ ਕੀ ਹਨ, ਵਰਡਸ ਟੂ ਨੋ ਕੀ ਹਨ, ਟੈਗ, ਐਲੀਮੈਂਟ ਐਂਡ ਐਟਰੀਬਿਊਟਸ। ਖੱਬੇ ਪਾਸੇ ਨਿਮਨਲਿਖਿਤ ਟੈਕਸਟ ਟਾਈਪ ਕਰੋ। ਦੈਨ ਜਦੋਂ ਤੁਸੀਂ ਇਸ ਨੂੰ ਸੇਵ ਕਰਨਾ ਹੈ, ਫॉर एग्जांपल ਦਿਸ ਫਾਈਲ, ਜਦੋਂ ਤੁਸੀਂ ਇਹਨੂੰ ਸੇਵ ਕਰਨਾ ਹੈ ਤਾਂ ਫਾਈਲ ਸੇਵ ਐਜ਼ ਡਾਟ ਇੱਥੇ .html ਟਾਈਪ ਕਰ ਦੇਣਾ ਹੈ। ਅਦਰਵਾਈਜ਼ ਇੱਕ ਛੋਟੀ ਜਿਹੀ ਐਗਜ਼ਾਮਪਲ ਪਾਸ ਆਨ ਕਰਦਾ ਹਾਂ। ਇਸ ਪੇਜ ਦੇ ਉੱਤੇ ਆ ਤੁਹਾਡੀ ਇੱਕ ਸਿੰਪਲ ਟੈਕਸਟ ਫਾਈਲ ਸ਼ੋ ਹੋ ਰਹੀ ਹੈ, ਜਿਸ ਦੇ ਵਿੱਚ ਇਸ ਤਰ੍ਹਾਂ ਦਾ ਟੈਕਸਟ ਹੈ। ਬਟ ਇਹ ਜਦੋਂ ਤੁਸੀਂ ਓਪਨ ਕਰੋਗੇ ਸਿਰਫ ਨੋਟਪੈਡ ਦੇ ਵਿੱਚ ਖੁੱਲੇਗਾ, ਟੈਕਸਟ ਐਡੀਟਰ ਦੇ ਵਿੱਚ। ਜਦੋਂ ਤੁਸੀਂ ਇਹ ਫਾਈਲ ਨੂੰ .html ਸੇਵ ਕਰੋਗੇ, ਦੇਖੋ ਇੱਥੇ ਫਾਈਲ ਐਕਸਟੈਂਸ਼ਨ HTML ਆ ਰਹੀ ਹੈ, ਤਾਂ ਇਹ ਇੱਕ ਵੈਬ ਬਰਾਊਜ਼ਰ ਦੇ ਵਿੱਚ ਖੁੱਲੇਗਾ, ਸਿੰਪਲੀ ਲਾਈਕ ਦਿਸ। ਹੁਣ ਇੱਥੇ ਜਦੋਂ ਟਾਈਟਲ ਦੇ ਵਿੱਚ ਜਿਹੜੀ ਆਪਾਂ ਚੀਜ਼ ਦਿੱਤੀ ਸੀ ਉਹ ਇੱਥੇ ਆ ਰਹੀ ਹੈ, ਤੇ ਬਾਡੀ ਦੇ ਵਿੱਚ ਸਿਰਫ ਆਪਾਂ ਇੱਕੋ ਲਾਈਨ ਲਿਖੀ ਸੀ, ਦਿਸ ਇਜ਼ ਅ ਟੈਕਸਟ ਐਕਸਪਲੇਨੇਸ਼ਨ ਆਫ ਬੇਸਿਕ HTML ਸਟਰਕਚਰ। ਤੇ ਇਸੇ ਤਰ੍ਹਾਂ ਹੀ ਆਪਾਂ ਬਹੁਤ ਸਾਰੇ ਕੰਪਲੈਕਸ ਪੇਜ ਵੀ ਬਣਾ ਸਕਦੇ ਹਾਂ ਤੇ ਉਸ ਨੂੰ ਸੇਵ ਕਰਨ ਦੇ ਲਈ .html ਯੂਜ਼ ਕਰਾਂਗੇ। ਇਹ ਇੱਕ ਬੇਸਿਕ ਸਟਰਕਚਰ ਹੈ ਵੈਬ ਪੇਜ ਬਣਾਉਣ ਦਾ, ਤੇ ਇਸ ਦੇ ਵਿੱਚ ਹੈਡ, ਟਾਈਟਲ, ਬਾਡੀ, ਬੋਲਡ, ਟੈਗਸ, ਅਲੱਗ-ਅਲੱਗ ਤਰ੍ਹਾਂ ਦੇ ਟੈਗਸ ਯੂਜ਼ ਹੁੰਦੇ ਹਨ। ਟੇਬਲ ਵੀ ਵਰਤੋਂ ਕੀਤੀ ਜਾ ਸਕਦੀ ਹੈ, ਟੇਬਲ ਟੈਗਸ। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਪਿਛਲੇ ਸੈਸ਼ਨ 'ਚ ਪੜ੍ਹਿਆ ਹੈ ਕਿ ਹਰ ਐਪਲੀਕੇਸ਼ਨ ਦੇ ਲਈ, ਹਰ ਯੂਜ਼ਰ ਦੇ ਲਈ ਔਰ ਹਰ ਯੂਜ਼ਰ ਦੀ ਆਉਟਪੁੱਟ ਦੇ ਲਈ ਆਪਣੇ ਤਰੀਕੇ ਨਾਲ ਉਸ ਨੂੰ ਪ੍ਰੋਗਰਾਮ ਕੀਤਾ ਜਾਂਦਾ ਹੈ। ਇਹ HTML ਪੇਜ ਕਿੱਥੇ ਯੂਜ਼ ਹੁੰਦੇ ਹਨ, ਵੈਬ ਡਾਕੂਮੈਂਟ ਬਣਾਉਣ ਦੇ ਲਈ। ਇਸ ਦੀ ਆਉਟਪੁੱਟ ਇਹ ਰਹੇਗੀ, ਰੋ 1, ਸੈਲ 1। ਜਿੱਥੇ ਟੇਬਲ ਡਾਟਾ ਖਤਮ ਹੋ ਗਿਆ, ਇਹ ਇੱਕ ਰੋ ਦੇ ਵਿੱਚ ਆਏਗਾ। ਦੈਨ ਟੇਬਲਸ ਐਂਡ ਬਾਰਡਰਸ, ਬਾਰਡਰ ਨੂੰ ਕਿਵੇਂ ਐਕਸਪਲੇਨ ਕਰਨਾ ਹੈ, ਹੈਡਿੰਗਸ, these are just examples। ਇਹ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਯੂਜ਼ ਕਰ ਸਕਦੇ ਹੋ। ਦੈਨ ਆ ਗਿਆ ਮਾਈਕਰੋਸਾਫਟ ਐਕਸੈਸ, ਔਰ ਜਿਹਨੂੰ ਮਾਈਕਰੋਸਾਫਟ ਐਸਐਸ ਵੀ ਕਹਿੰਦੇ ਹਨ। ਬੱਚਿਓ, ਇਹ ਇੱਕ ਡਾਟਾਬੇਸ ਬੇਸਡ ਐਪਲੀਕੇਸ਼ਨ ਸੌਫਟਵੇਅਰ ਹੈ। ਸ਼ਕਤੀਸ਼ਾਲੀ ਪ੍ਰੋਗਰਾਮ ਹੈ। ਸ਼ਕਤੀਸ਼ਾਲੀ ਇਸ ਨੂੰ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਇਹ ਬਹੁਤ ਵੱਡੇ ਡਾਟਾਬੇਸ ਦੇ ਨਾਲ
ਐਡ ਹੋ ਕੇ ਵਰਕ ਕਰਦਾ ਹੈ। ਇਸ ਦੇ ਵਿੱਚ ਡਾਟਾਬੇਸ ਫਾਈਲਸ ਸਭ ਤੋਂ ਮੇਨ ਫਾਈਲ ਡਾਟਾਬੇਸ ਫਾਈਲ ਹੈ, ਇੱਕ ਜਿਹੜੀ ਆਪਾਂ ਮੇਨ ਬਣਾਉਂਦੇ ਹਨ। ਦੈਨ ਟੇਬਲ ਫਾਈਲ, ਫੀਲਡ ਤੇ ਡਾਟਾ ਟਾਈਪ ਤੇ ਉਹਦੀ ਵੈਲਿਊ। ਇਸ ਦੇ ਵਿੱਚ ਐਕਸਪਲੇਨ ਕੀਤਾ ਹੈ ਡਾਟਾਬੇਸ ਫਾਈਲ ਕੀ ਹੈ। ਇਹ ਤੁਹਾਡੀ ਮੁੱਖ ਫਾਈਲ ਹੈ ਜੋ ਸਾਡੇ ਡਾਟਾਬੇਸ ਨੂੰ ਘੇਰਾ ਪਾਉਂਦੀ ਹੈ, ਮਤਲਬ ਉਹ ਦੱਸਦੀ ਹੈ ਕਿ ਡਾਟਾਬੇਸ ਇਸ ਚੀਜ਼ ਤੱਕ ਲਿਮਿਟ ਤੱਕ ਹੈ। ਦੈਨ ਟੇਬਲ ਇੱਕ ਸੁਨਿਸ਼ਚਿਤ ਭਾਵ ਮਤਲਬ ਇੱਕ ਸਪੈਸਿਫਿਕ ਚੀਜ਼, ਜਿਵੇਂ ਕਿ ਸਟੂਡੈਂਟ, ਟੀਚਰ ਦੇ ਡਾਟਾ ਦਾ ਸਮੂਹ ਹੈ। ਡਾਟਾਬੇਸ ਵਿੱਚ ਬਹੁਤ ਟੇਬਲ ਹੋ ਸਕਦੇ ਹਨ, ਇੱਕ ਤੋਂ ਵੱਧ ਹੋ ਸਕਦੇ ਹਨ। ਵੈਰੀ ਗੁੱਡ। ਦੈਨ ਫੀਲਡ, ਖੇਤਰ। ਫੀਲਡ ਦਾ ਮਤਲਬ ਇੱਕ ਖਾਸ ਚੀਜ਼। ਟੇਬਲ ਵਿੱਚ ਹੁਣ ਟੇਬਲ ਤਾਂ ਹੈਗੇ ਆ, ਸਟੂਡੈਂਟ ਉਹਦਾ ਇੱਕ ਫੀਲਡ ਕੀ ਹੋਏਗਾ, ਉਸ ਨੂੰ ਫੀਲਡ ਕਿਹਾ ਜਾਂਦਾ ਹੈ। ਟੇਬਲ ਵਿੱਚ ਅਲੱਗ-ਅਲੱਗ ਸ਼੍ਰੇਣੀਆਂ ਹਨ। ਟੇਬਲ ਆਮ ਤੌਰ ਤੇ ਬਹੁਤ ਖੇਤਰ ਬਣੇ ਹੁੰਦੇ ਹਨ, ਜਿਵੇਂ ਕਿ ਸਟੂਡੈਂਟਸ ਲਾਸਟ ਨੇਮ, ਫਰਸਟ ਨੇਮ ਹੈ ਤਾਂ ਸਟੂਡੈਂਟ ਦੇ ਥੱਲੇ, ਸਟੂਡੈਂਟ ਦੇ ਨੇਮ ਹੇਠ ਉਸ ਨੂੰ ਆਪਾਂ ਅਲੱਗ-ਅਲੱਗ ਦੋ ਸ਼੍ਰੇਣੀਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ, ਸਟੂਡੈਂਟ ਲਾਸਟ ਨੇਮ, ਸਟੂਡੈਂਟ ਫਰਸਟ ਨੇਮ। ਦੈਨ ਡਾਟਾ ਟਾਈਪਸ ਆਪਾਂ ਪਹਿਲੀ ਵੀਡੀਓ ਦੇ ਵਿੱਚ ਦੇਖਿਆ ਸੀ, ਟੈਕਸਟ, ਕਰੰਸੀ ਵਗੈਰਾ ਵਗੈਰਾ। ਇਸੇ ਤਰ੍ਹਾਂ ਹੀ ਇਸ ਦੇ ਵਿੱਚ ਵੀ ਉਸੇ ਡਾਟਾ ਟਾਈਪਸ ਨੂੰ ਯੂਜ਼ ਕੀਤਾ ਜਾਂਦਾ ਹੈ। ਦੈਨ ਡਾਟਾ ਮੈਨੀਪੂਲੇਸ਼ਨ ਹੁੰਦੀ ਹੈ, ਉਸ ਡਾਟਾ ਨੂੰ ਤੁਸੀਂ ਸੋਧ ਕਰ ਸਕਦੇ ਹੋ, ਸੇਵ ਕਰ ਸਕਦੇ ਹੋ ਅਤੇ ਆਪ ਦੇ ਅਕੋਰਡਿੰਗ ਚੇਂਜ ਕਰ ਸਕਦੇ ਹੋ। ਰਿਕਾਰਡ ਵਿੱਚ ਨਵੀਂ ਰੋ ਜੋੜਨਾ, ਰੋ ਦੇ ਥੱਲੇ ਵੱਲ ਨੂੰ ਆਓ ਤੇ ਸੂਚਨਾ ਐਂਟਰ ਕਰਨੀ। ਅਪਡੇਟਿੰਗ ਅ ਰਿਕਾਰਡ ਨੂੰ ਅਪਡੇਟ ਕਰਨਾ। ਡਿਲੀਟਿੰਗ ਅ ਲਾਈਨ ਨੂੰ ਡਿਲੀਟ ਕਰਨਾ। ਇਹ ਸਾਰਾ ਮੈਨੀਪੂਲੇਸ਼ਨ ਦੇ ਵਿੱਚ ਆ ਜਾਂਦਾ ਹੈ। ਨਾ ਡਾਟਾਬੇਸ ਦੀ ਖਾਸੀਅਤ ਹੁੰਦੀ ਹੈ ਕਿ ਅਲੱਗ-ਅਲੱਗ ਟੇਬਲਸ ਬਣ ਕੇ ਇੱਕ ਡਾਟਾਬੇਸ ਦੇ ਹੇਠ ਹੀ ਕੰਮ ਕਰਦੇ ਹਨ। ਇਸੇ ਤਰ੍ਹਾਂ ਹੀ ਇਸ ਨੂੰ ਰਿਲੇਸ਼ਨਲ ਡਾਟਾਬੇਸ ਵੀ ਕਿਹਾ ਜਾਂਦਾ ਹੈ। ਸਟੂਡੈਂਟ ਇੱਕ ਅਲੱਗ ਹੈ, ਦੈਨ ਟੀਚਰ ਆਈਡੀ ਇੱਕ ਅਲੱਗ ਡਾਟਾਬੇਸ ਦੇ ਵਿੱਚ ਹੈ। ਇਹਨਾਂ ਨੂੰ ਮਿਸਾਲ ਦੇ ਤੌਰ ਤੇ ਜੋੜਿਆ ਜਾ ਸਕਦਾ ਹੈ। ਅਧਿਆਪਕ ਸਟੂਡੈਂਟਸ ਨਾਲ ਜੋੜੇ ਜਾ ਸਕਦੇ ਹਨ ਅਤੇ ਇਹ ਅਧਿਆਪਕਾਂ ਟੇਬਲ ਅਤੇ ਸਟੂਡੈਂਟਸ ਦੇ ਸੰਬੰਧੀਕਰਨ ਨੂੰ ਟੀਚਰ ਆਈਡੀ ਫੀਲਡਸ ਦੀ ਮਦਦ ਨਾਲ ਬਣਾਉਣ ਵਿੱਚ ਜ਼ਿੰਮੇਵਾਰ ਹੁੰਦਾ ਹੈ। ਲਾਈਕ ਦਿਸ। ਬੱਚਿਓ, ਇਹ ਚੀਜ਼ਾਂ ਤਾਂ ਜ਼ਰੂਰੀ ਹਨ ਕਿਉਂਕਿ ਇਹ ਬੇਸਿਕ ਡਾਟਾਬੇਸ, ਜਿਵੇਂ ਡਾਟਾਬੇਸ ਫਾਈਲਾਂ ਜੋ ਤੁਸੀਂ ਅੱਜ ਕੱਲ੍ਹ ਬਹੁਤ ਜ਼ਰੂਰੀ ਹੋ ਚੁੱਕਿਆ ਹੈ, ਮਾਡਰਨ ਡੇਜ਼ ਵਿੱਚ ਕਿਵੇਂ ਯੂਜ਼ ਕਰ ਸਕਦੇ ਹੋ। ਤੁਹਾਡੇ ਨੈਕਸਟ ਚੈਪਟਰ ਦੇ ਵਿੱਚ C++, ਜੋ ਕਿ ਬੇਸਿਕ ਸਟਰਕਚਰਡ ਲੈਂਗੁਏਜ ਹੈ, ਉਹ ਕਿਸ ਤਰ੍ਹਾਂ ਬਣੀ ਤੇ ਅੱਜ ਕੀ ਫਰਕ ਹੈ ਆਬਜੈਕਟਸ ਦਾ, ਸਾਰੇ ਕ੍ਰੀਏਟ ਕਰਨ ਦਾ, ਐਪਲੀਕੇਸ਼ਨ ਕਿਵੇਂ ਕ੍ਰੀਏਟ ਕਰਨੀਆਂ ਹੈ, ਇਸ ਚੈਪਟਰ ਦੇ ਵਿੱਚ ਉਹ ਸਾਰਾ ਐਕਸਪਲੇਨਡ ਹੈ। ਐਸਐਸ ਡਾਟਾਬੇਸ ਆਫ ਆਬਜੈਕਟਸ। ਐਸਐਸ ਦੇ ਵਿੱਚ ਤੁਸੀਂ ਆਬਜੈਕਟਸ ਨੂੰ ਕਿਵੇਂ ਦੇਖ ਸਕਦੇ ਹੋ, ਕਿਊਰੀਜ਼ ਕੀ ਹੁੰਦੀਆਂ ਹਨ, ਟੇਬਲ ਕੀ ਹੁੰਦੇ ਹਨ। ਟੇਬਲ ਡਾਟਾ ਨੂੰ ਡਾਟਾਬੇਸ ਵਿੱਚ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। ਕਿਊਰੀਜ਼ ਨੂੰ ਡਾਟਾਬੇਸ ਵਿੱਚ ਨਿਸ਼ਚਿਤ ਸੂਚਨਾ ਨੂੰ ਲੈਣ ਵਾਸਤੇ ਵਰਤਿਆ ਜਾਂਦਾ ਹੈ। ਇਹਦਾ ਇੱਕ ਪਹਿਲਾ ਫਰਕ ਹੋ ਗਿਆ। ਦੈਨ ਫਾਰਮਾਂ ਨੂੰ ਕਈ ਤਰ੍ਹਾਂ ਨਾਲ ਵਰਤਿਆ ਜਾ ਸਕਦਾ ਹੈ, ਪਰ ਇਸ ਨੂੰ ਸਭ ਤੋਂ ਵੱਧ ਟੇਬਲਸ ਭਰਨ ਅਤੇ ਪ੍ਰਦਰਸ਼ਨ ਲਈ ਵਰਤਿਆ ਜਾਂਦਾ ਹੈ। ਤੇ ਨਾਲ ਇਹਦੇ ਵਿੱਚ ਫਰਕ ਪਤਾ ਲੱਗ ਗਿਆ। ਇੱਕ ਪਹਿਲੀ ਲਾਈਨ ਦੇ ਵਿੱਚ ਹੀ ਤੁਹਾਨੂੰ ਸਾਰਾ ਕੁਝ ਡਿਟੇਲ ਪਤਾ ਲੱਗ ਰਹੀ ਹੈ। ਤੁਸੀਂ ਇਸ ਚੈਪਟਰ ਨੂੰ ਧਿਆਨ ਨਾਲ ਪੜ੍ਹਨਾ ਹੈ ਅਤੇ ਇਸ ਚੈਪਟਰ ਦੇ ਵਿੱਚੋਂ ਜੇ ਕੋਈ ਸਵਾਲ ਤੁਹਾਨੂੰ ਨਾ ਪਤਾ ਲੱਗੇ ਤਾਂ ਮੈਥੋਂ ਪੁੱਛ ਸਕਦੇ ਹੋ। ਰਿਪੋਰਟ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਰਿਪੋਰਟ ਕੀ ਹੁੰਦੀ ਹੈ। ਰਿਪੋਰਟ ਸਾਡੇ ਦੁਆਰਾ ਚੁਣੇ ਗਏ ਡਾਟਾ ਨੂੰ ਪ੍ਰਿੰਟ ਕਰਦੀਆਂ ਹਨ ਜਾਂ ਡਿਸਪਲੇ ਕਰਦੀਆਂ ਹਨ। ਸਾਡਾ ਚੁਣਿਆ ਹੋਇਆ ਡਾਟਾ ਕੀ ਹੋ ਸਕਦਾ, ਜੋ ਤੁਹਾਨੂੰ ਖਾਸ ਚੀਜ਼ ਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ, ਉਸ ਨੂੰ ਰਿਪੋਰਟ ਕਿਹਾ ਜਾਂਦਾ ਹੈ। ਰਿਪੋਰਟ ਟੇਬਲਾਂ ਤੋਂ ਡਾਟਾ ਲੈਂਦੀਆਂ ਹਨ ਜਿਹੜੀਆਂ ਕਿ ਕਿਊਰੀ ਤੇ ਆਧਾਰਿਤ ਹੁੰਦੀਆਂ ਹਨ ਅਤੇ ਕੇਵਲ ਉਪਯੁਕਤ ਸੂਚਨਾ ਹੀ ਪ੍ਰਦਾਨ ਕਰਦੀਆਂ ਹਨ। ਉਪਯੁਕਤ ਸੂਚਨਾ ਮਤਲਬ ਜਿਹੜੀ ਇਨਫੋਰਮੇਸ਼ਨ ਆਪਾਂ ਨੂੰ ਖਾਸ ਚਾਹੀਦੀ ਹੈ। ਦੈਨ ਪੇਜ। SS2000, ਹੁਣ ਇਹ ਸਿਰਫ SS2000 ਦੀ ਗੱਲ ਹੋ ਰਹੀ ਹੈ, ਵਿੱਚ ਪੇਜਸ ਨੂੰ ਨਵੇਂ ਵਿਸ਼ੇ ਵੱਲੋਂ ਮਿਲਾਇਆ ਗਿਆ ਸੀ ਕਿ ਤੁਸੀਂ ਪੇਜਸ HTML ਡਾਕੂਮੈਂਟ ਦਸਤਾਵੇਜ਼ ਨਾਲ ਜੋੜ ਸਕਦੇ ਹੋ। ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨਸ ਸੀ, ਤੁਸੀਂ ਟੇਬਲਸ, ਕਿਊਰੀਜ਼, ਫਾਰਮਸ, ਇਹ ਸਾਰਾ ਡਾਟਾਬੇਸ ਤੁਸੀਂ ਇਕੱਠਾ ਕਰਕੇ ਜੋੜ ਸਕਦੇ ਹੋ ਔਰ ਅਲੱਗ-ਅਲੱਗ ਜਗ੍ਹਾ ਤੇ ਡਿਸਪਲੇ ਕਰ ਸਕਦੇ ਹੋ।
ਡਾਟਾਬੇਸ ਬਣਾਉਣ ਦਾ ਤਰੀਕਾ ਹੈ, ਤੁਸੀਂ ਐਸਐਸ ਖੋਲ ਕੇ ਤੁਸੀਂ ਇਹ ਸਟੈਪ ਫੋਲੋ ਕਰਕੇ ਸਾਰੇ ਡਾਟਾਬੇਸ ਬਣਾ ਸਕਦੇ ਹੋ। ਵਿਦ ਵਿਜ਼ੂਅਲ ਏਡ ਵਿਦ ਪਿਕਚਰਸ ਤੁਹਾਨੂੰ ਦੱਸਿਆ ਗਿਆ ਹੈ ਤੁਸੀਂ SS 2000 ਦੇ ਵਿੱਚ ਕਿਵੇਂ ਡਾਟਾਬੇਸ ਨਵਾਂ ਬਣਾ ਸਕਦੇ ਹੋ। ਡਾਟਾ ਐਂਟਰੀ ਕਰਨੀ ਹੈ, ਡਾਟਾ ਨੇਮ ਦੇਣਾ ਹੈ। ਉਸ ਤੋਂ ਬਾਅਦ ਆਉਂਦਾ ਹੈ ਪ੍ਰੋਗਰਾਮਿੰਗ ਕੰਪੋਨੈਂਟਸ ਦੀ ਦੁਹਰਾਈ। ਪ੍ਰੋਗਰਾਮਿੰਗ ਕੰਪੋਨੈਂਟਸ ਕਿਹੜੇ ਹੁੰਦੇ ਹਨ? ਕੰਪਿਊਟਰ ਇੱਕ ਬਹੁਤ ਉਪਯੋਗੀ ਮਸ਼ੀਨ ਹੈ ਜਿਸ ਨਾਲ ਅਸੀਂ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਨੂੰ ਬਹੁਤ ਤੇਜ਼, ਸਹੀ ਅਤੇ ਆਸਾਨੀ ਨਾਲ ਕਰ ਸਕਦੇ ਹਾਂ। ਕੰਪਿਊਟਰ ਦੀ ਮਦਦ ਨਾਲ ਅਸੀਂ ਚਿੱਤਰ ਬਣਾ ਸਕਦੇ ਹਾਂ, ਅਲੱਗ-ਅਲੱਗ ਗੇਮਾਂ ਬਣਾ ਸਕਦੇ ਹਾਂ ਅਤੇ ਕਈ ਤਰ੍ਹਾਂ ਦੇ ਹੋਰ ਕਾਰਜ ਕਰ ਸਕਦੇ ਹਾਂ। ਪਰ ਇਹਨਾਂ ਨੂੰ ਚਲਾਉਣ ਲਈ ਕੋਈ ਕਿਤੇ ਖਾਸ ਤਰ੍ਹਾਂ ਦੀਆਂ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ। ਪ੍ਰੋਗਰਾਮ ਡਿਵੈਲਪਮੈਂਟ ਕੀ ਹੁੰਦਾ ਹੈ? ਪ੍ਰੋਗਰਾਮ ਨੂੰ ਬਣਾਉਣਾ। ਕਿਹੜੇ ਪੜਾਅ ਹਨ? ਸਭ ਤੋਂ ਪਹਿਲਾਂ ਸਮੱਸਿਆ ਦਾ ਵਿਸ਼ਲੇਸ਼ਣ, ਸਾਨੂੰ ਪ੍ਰੋਗਰਾਮ ਕਿਸ ਖਾਸੀਅਤ ਲਈ ਬਣਾਉਣਾ ਹੈ। ਦੈਨ ਸਮਾਧਾਨ, ਉਸ ਪ੍ਰੋਗਰਾਮ ਬਣਾਉਣ ਦੇ ਵਿੱਚ ਕੀ ਅੜਚਣਾਂ ਹਨ ਅਤੇ ਕੀ ਉਹਦੇ ਸੋਲੂਸ਼ਨ ਹਨ। ਦੈਨ ਉਹਨਾਂ ਦੀ ਕੋਡਿੰਗ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਨਾਲ ਕੀਤੀ ਜਾਵੇਗੀ। ਪ੍ਰੋਗਰਾਮ ਨੂੰ ਟੈਸਟ ਕਰਨਾ, ਕੀ ਉਹ ਪ੍ਰੋਗਰਾਮ ਐਕਚੁਅਲ ਦੇ ਵਿੱਚ ਜਿਹੜੇ ਅਸੀਂ ਲੌਜਿਕ ਲਾਇਆ ਹੈ ਕੀ ਉਹ ਐਕਚੁਅਲ ਦੇ ਵਿੱਚ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਐਨਾਲਾਈਜ਼ਿੰਗ ਹੈ ਪ੍ਰੋਗਰਾਮ ਨੂੰ ਵਿਸ਼ਲੇਸ਼ਣ ਦਾ ਮਤਲਬ ਹੈ ਕਿ ਪ੍ਰੋਗਰਾਮ ਦੀਆਂ ਜ਼ਰੂਰਤਾਂ ਕਿਹੜੀਆਂ ਹਨ। ਦੂਸਰੇ ਸ਼ਬਦਾਂ ਵਿੱਚ ਪ੍ਰੋਗਰਾਮ ਦੀ ਕੀ ਜ਼ਰੂਰਤ ਹੈ, ਉਸ ਦੇ ਵਿੱਚ ਕਿਹੜੇ ਵੇਰੀਏਬਲ ਹੋ ਸਕਦੇ ਹਨ, ਕੀ ਲੌਜਿਕ ਲਗਾਏ ਜਾ ਸਕਦੇ ਹਨ, ਇਹ ਸਾਰੇ ਉਹਨਾਂ ਵਿੱਚ ਯੂਜ਼ ਹੁੰਦੇ ਹਨ। ਸਭ ਤੋਂ ਪਹਿਲਾਂ ਅਲਗੋਰਿਥਮ ਤੁਸੀਂ ਮੈਥ ਦੇ ਵਿੱਚ ਵੀ ਪੜ੍ਹਿਆ ਹੋਣਾ। ਕਿਸੇ ਵੀ ਪ੍ਰੋਬਲਮ ਨੂੰ ਸਟੈਪ ਬਾਏ ਸਟੈਪ, ਨੰਬਰ 1 ਤੇ ਸਟਾਰਟ, ਨੰਬਰ 2 ਤੇ ਗੋ ਟੂ ਦਿਸ, ਤੁਸੀਂ ਇਹ ਚੀਜ਼ਾਂ ਫੋਲੋ ਕਰਦੇ ਹੋ, ਉਹਨਾਂ ਨੂੰ ਅਲਗੋਰਿਥਮ ਕਹਿੰਦੇ ਹਨ। ਦੈਨ ਗ੍ਰਾਫ ਦੇ ਵਿੱਚ ਜੇ ਅਸੀਂ ਡਿਸਪਲੇ ਕਰਨਾ ਹੋਵੇ ਦੈਨ ਉਸ ਨੂੰ ਫਲੋ ਚਾਰਟ ਕਹਿੰਦੇ ਹਨ। ਇਸ ਤਰ੍ਹਾਂ ਨਾਲ ਇਨਪੁਟ ਆਊਟਪੁੱਟ ਬਾਕਸਿਸ, ਡਾਟਾ ਫਲੋ ਲਾਈਨਸ, ਡਾਟਾ ਕਿਸ ਤਰਫ ਤੋਂ ਆ ਰਿਹਾ ਹੈ, ਕਿਸ ਤਰਫ ਨੂੰ ਜਾ ਰਿਹਾ ਹੈ। processing boxes, rectangular, then decision boxes, diamond shape, then terminal मतलब ਸ਼ੁਰੂ ਹੋਣਾ ਤੇ ਖਤਮ ਹੋਣਾ। ਸ਼ੁਰੂ ਹੋਣ ਤੋਂ ਤੀਰ ਦਾ ਨਿਸ਼ਾਨ ਹੈ ਜਿੱਧਰੋਂ ਜਾ ਰਿਹਾ ਹੈ ਤੇ ਜਿੱਧਰੋਂ ਖਤਮ ਹੋ ਰਿਹਾ ਹੈ, ਇਹ ਦੱਸਦਾ ਹੈ ਕਿ ਸ਼ੁਰੂ ਖਤਮ ਕਿੱਥੇ ਹੋ ਰਿਹਾ ਹੈ। ਇਸ ਨੂੰ ਇੱਕ ਫਲੋ ਚਾਰਟ ਕਹਿੰਦੇ ਹਨ। ਹੁਣ ਤੁਸੀਂ ਇਸ ਤਰਫ ਦੇਖ ਸਕਦੇ ਹੋ ਇੱਕ ਛੋਟੀ ਜਿਹੀ ਐਲਗੋਰਿਥਮ ਲਿਖੀ ਹੋਈ ਹੈ, ਦੈਨ ਇਸ ਤਰਫ ਉਸ ਨੂੰ ਹੀ ਫਲੋ ਚਾਰਟ ਦੇ ਬੇਸ ਤੇ ਬਣਾਇਆ ਗਿਆ। ਸਿੰਪਲ ਪ੍ਰੋਗਰਾਮਿੰਗ ਹੈ, ਤੁਹਾਡੇ ਕੋਲ ਇੱਕ ਛੋਟਾ ਜਿਹਾ ਪ੍ਰੋਬਲਮ ਹੈ ਕਿ 3 ਅੱਖਰਾਂ ਦੇ ਵਿੱਚੋਂ ਵੱਡਾ ਅੱਖਰ ਕਿਹੜਾ ਹੈ ਉਹ ਲੱਭਣਾ ਹੈ। ਅਸੀਂ ਕਹਾਂਗੇ ਸਟਾਰਟ ਦਾ ਪ੍ਰੋਗਰਾਮ, ਫਿਰ ਇਨਪੁਟ ਬਾਕਸ ਰੀਡ ABC ਨੂੰ ਰੀਡ ਕੀਤਾ ਜਾਵੇ। ਕੀ ਦੇਖਿਆ ਜਾਵੇ ਕਿ A B ਨਾਲੋਂ ਵੱਡੀ ਹੈ। ਜੇ ਹੈ ਤਾਂ ਓਬਵੀਅਸਲੀ ਫਿਰ ਚੈੱਕ ਕਰੋ, ਇੱਧਰ ਨੂੰ ਪ੍ਰੋਗਰਾਮ ਜਾਵੇ, ਚੈੱਕ ਕਰੋ A C ਨਾਲੋਂ ਵੀ ਵੱਡੀ ਹੈ। ਜੇ ਨਹੀਂ ਹੈ ਤਾਂ ਦੇਖੋ ਪ੍ਰਿੰਟ C ਸਭ ਤੋਂ ਵੱਡੀ ਹੈ। ਜੇ ਹੈ, ਹੁਣ A B ਤੋਂ ਵੀ ਵੱਡੀ ਹੋਗੀ, C ਤੋਂ ਵੀ ਵੱਡੀ ਹੋਗੀ, ਦੈਨ ਐਂਡ ਰਿਜ਼ਲਟ ਕੀ ਆ ਗਿਆ? ਪ੍ਰਿੰਟ A। ਫਿਰ ਸਭ ਤੋਂ ਪਹਿਲੇ ਡਿਸੀਜਨ ਤੇ ਜਾਇਆ, ਜੇ A B ਨਾਲੋਂ ਵੱਡੀ ਨਹੀਂ ਹੈ ਤਾਂ ਚੈੱਕ ਕਰਾਂਗੇ ਇੱਧਰ ਨੂੰ ਪ੍ਰੋਗਰਾਮ ਜਾਵੇ ਕਿ B C ਨਾਲੋਂ ਵੱਡੀ ਹੈ। ਜੇ B ਵੀ C ਨਾਲੋਂ ਵੱਡੀ ਹੈ ਦੈਨ ਪ੍ਰਿੰਟ B, ਅਦਰਵਾਈਜ਼ ਆਂਸਰ ਕੀ ਆਏਗਾ? ਪ੍ਰਿੰਟ C। ਇਹ ਕਿੱਥੋਂ ਆਏਗਾ? ਇੱਥੋਂ। ਸਾਰੇ ਤੀਰ ਮਿਲਾ ਕੇ ਇੱਥੇ ਪ੍ਰੋਗਰਾਮ ਖਤਮ ਹੋ ਜਾਏਗਾ। that is how a flowchart works। ਤੁਸੀਂ ਦੋ ਨੰਬਰਸ ਨੂੰ ਸੀਕੁਐਂਸ ਦੇ ਬੇਸ ਤੇ ਕਿਵੇਂ ਕਰਨਾ ਹੈ। ਬਿਗਿਨ ਆ ਛੋਟਾ ਜਿਹਾ ਪ੍ਰੋਗਰਾਮ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ। ਵਟ ਇਜ਼ ਸਿਊਡੋ ਕੋਡ? ਸਿਊਡੋ ਕੋਡ ਹੁੰਦਾ ਹੈ ਕਿਸੇ ਪ੍ਰੋਗਰਾਮ ਨੂੰ ਬਣਤਰ ਕਹਿ ਜੀ, ਉਹਦਾ ਸਟਰਕਚਰ ਕਿਸ ਤਰ੍ਹਾਂ ਹੋਵੇਗਾ, that is called pseudocode। ਔਰ ਇਸੇ ਤਰ੍ਹਾਂ ਹੀ ਫਲੋ ਚਾਰਟ ਤੇ ਜਾਂ ਅਲਗੋਰਿਥਮ ਇੱਕ ਤਰੀਕਾ ਹੁੰਦੇ ਹਨ ਕਿਸੇ ਪ੍ਰੋਗਰਾਮ ਨੂੰ ਬਣਾਉਣ ਦਾ ਤਰੀਕਾ। ਸਿਊਡੋ ਕੋਡ ਆਧਾਰ ਤੇ ਪ੍ਰੋਗਰਾਮ ਲਿਖਿਆ ਜਾਂਦਾ ਹੈ। ਪ੍ਰੋਗਰਾਮ ਟੈਸਟਿੰਗ। ਹੁਣ ਤੁਸੀਂ ਇਹ ਪ੍ਰੋਗਰਾਮ ਬਣਾ ਤਾਂ ਲਿਆ, ਜਸਟ ਇਮੈਜਿਨ ਕਿ ਇਹ ਪ੍ਰੋਗਰਾਮ ਬਣ ਗਿਆ, ਉਸ ਨੂੰ ਕੀ ਉਹ ਲਾਈਵ ਕਿਸੇ ਪ੍ਰੋਗਰਾਮ ਵੈਬ ਪੇਜ ਤੇ ਜਾਂ ਤੁਹਾਡਾ ਐਪ ਬਣਾਈ ਹੈ ਤੁਸੀਂ, ਕੀ ਉਹ ਚੱਲ ਸਕਦਾ ਹੈ? ਫਿਰ ਉਸ ਨੂੰ ਟੈਸਟ ਕੀਤਾ ਜਾਵੇਗਾ। ਉਸ ਦੇ ਵਿੱਚ ਟੈਸਟ ਕਰਨ ਦੇ ਉਪਰੰਤ ਹਰ ਚੀਜ਼ ਚੈੱਕ ਕੀਤੀ ਜਾਵੇਗੀ ਕਿ ਇਹ ਕੋਡ, ਇਹ ਸੋਲੂਸ਼ਨ, ਇਹ ਹੱਲ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ। ਜੇ ਨਹੀਂ ਹੋ ਰਿਹਾ ਹੈ
ਤਾਂ ਉਸ ਨੂੰ ਦੁਬਾਰਾ ਚੈੱਕ ਕਰਕੇ ਰਿਵਿਊ ਕੀਤਾ ਜਾਵੇਗਾ। ਐਲੀਮੈਂਟਸ ਆਫ ਪ੍ਰੋਗਰਾਮਿੰਗ ਲੈਂਗੁਏਜ। ਪ੍ਰੋਗਰਾਮਿੰਗ ਲੈਂਗੁਏਜ ਦੇ ਐਲੀਮੈਂਟਸ ਕੀ ਹੁੰਦੇ ਹਨ? ਸਭ ਤੋਂ ਪਹਿਲਾਂ ਡਿਵੈਲਪਮੈਂਟ ਸਾਈਕਲ, ਮਤਲਬ ਪ੍ਰੋਗਰਾਮ ਬਣਾਉਣਾ ਕਿੰਨਾ ਕਿੰਨਾ ਸਮਾਂ ਲੱਗੇਗਾ ਤੇ ਕੀ ਉਹਦੇ ਵਿੱਚ ਸਟ੍ਰਿੰਗਸ ਹੋਣਗੇ, ਕੀ ਡਾਟਾ ਟਾਈਪਸ ਹੋਣਗੇ, ਕੀ ਪ੍ਰੋਬਲਮ ਸੋਲੂਸ਼ਨਸ ਹੋਣਗੀਆਂ। ਦੈਨ ਵੇਰੀਏਬਲਸ, ਦੈਨ ਅਰਥਮੈਟਿਕ ਕੈਲਕੂਲੇਸ਼ਨਸ ਕੀ ਹੋਣਗੀਆਂ, ਕਿਸ ਤਰ੍ਹਾਂ ਨਾਲ ਉਹਨੂੰ ਜੋੜ ਤੋੜ ਕੀਤੀ ਜਾਏਗੀ, ਕਿਸ ਤਰ੍ਹਾਂ ਨਾਲ ਉਹਨੂੰ ਅਲੱਗ-ਅਲੱਗ ਚੀਜ਼ਾਂ ਨਾਲ ਜੋੜਿਆ ਜਾਏਗਾ, ਕੀ ਲੌਜਿਕ ਯੂਜ਼ ਹੋਣਗੇ, ਐਰੇਜ਼, ਸਟਰਕਚਰਸ ਐਂਡ ਆਰਗੇਨਾਈਜੇਸ਼ਨਸ। ਬੱਚਿਓ ਹੁਣ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਪਬਲਿਸ਼ਰ, ਮਾਈਕਰੋਸਾਫਟ ਪਬਲਿਸ਼ਰ ਜਾਂ ਪਬਲਿਸ਼ਰ ਜੇ ਆਪਾਂ ਸਿੰਪਲ ਕਹੀਏ, ਪਬਲਿਸ਼ਰ ਕੀ ਹੈ? ਪਬਲਿਸ਼ਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਜਿਸ ਦੇ ਵਿੱਚ ਟੈਂਪਲੇਟਸ, ਵਿਜ਼ਰਡਸ ਅਤੇ ਡਿਜ਼ਾਈਨ ਗੈਲਰੀਆਂ ਹੁੰਦੀਆਂ ਹਨ। ਬੇਸਿਕਲੀ ਆਪਾਂ ਪਬਲਿਸ਼ਰ ਉੱਥੇ ਯੂਜ਼ ਕਰਦੇ ਹਾਂ ਜਿੱਥੇ ਅਸੀਂ ਕੁਝ ਛਪਾਈ ਵਾਲੀਆਂ ਸਾਧਨ ਨੂੰ ਵਰਤਣਾ ਹੋਵੇ, ਜਿਵੇਂ ਕਿ ਅਖਬਾਰ, ਮੈਗਜ਼ੀਨਸ, ਬੁੱਕਸ, ਬੈਨਰਸ ਐਕਸੈਟਰਾ। ਤੁਸੀਂ ਪਿਛਲੀ ਕਲਾਸ ਦੇ ਵਿੱਚ ਬੈਨਰਸ, ਨਿਊਜ਼ਲੈਟਰਸ, ਪੋਸਟਕਾਰਡ, ਲੈਟਰ ਹੈਡ, ਇਨਵੈਲਪ ਕੀ ਹੁੰਦੇ ਹਨ, ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਬਣਾ ਸਕਦੇ ਹਾਂ, ਇਸ ਬਾਰੇ ਪੜ੍ਹਿਆ ਹੈ। ਇਸੇ ਨਾਲ ਹੀ ਇਹ ਚੈਪਟਰ ਆਪਣਾ ਖਤਮ ਹੋ ਜਾਂਦਾ ਹੈ। ਇਹ ਅਭਿਆਸ ਦੇ ਕੁਐਸਚਨ ਹਨ ਜੋ ਤੁਸੀਂ ਆਪਣੀ ਕਾਪੀ ਤੇ ਲਿਖਣੇ ਹਨ ਅਤੇ ਮੈਨੂੰ ਭੇਜਣੇ ਹਨ। ਜੇ ਇਸ ਚੈਪਟਰ ਦੇ ਵਿੱਚੋਂ ਤੁਹਾਨੂੰ ਕੋਈ ਵੀ ਦਿੱਕਤ ਹੈ ਤਾਂ ਮੈਨੂੰ ਪੁੱਛ ਸਕਦੇ ਹੋ, ਕਿਉਂਕਿ ਅਗਲੇ ਚੈਪਟਰ ਦੇ ਵਿੱਚ ਪ੍ਰੋਗਰਾਮਿੰਗ ਲੈਂਗੁਏਜ ਸਟਾਰਟ ਹੋਣ ਵਾਲੀ ਹੈ, ਸੀ, ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ। ਇਸ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਹੈ। ਧੰਨਵਾਦ।